देखो जड़ियाँ जथेबंदियाँ हाले सामने मंच ते नहीं सी आईयां प्रचार माध्यमां ते जां लोकां च वो सिद्धे रूप में साडे घोल च ही बैठियां सी। असीं उन्हां नूं इकट्ठे करके एक साझा तालमेल मंच बनाया वा ते साझी प्रैस कॉन्फ्रेंस करदे आ। यह अंदोलन का घेरा वधिया वा होर जथेबंदियां दा ते यह अंदोलन वास्ते चंगी गल आ। उड़ के जवाब देंगे है नहीं कोई रौला। सारा अंदोलन एकमुठ होकर चल रहा। जे सरकार किते भरम च उन्हें कोई गल की तो इस मंच तो इत्थे अंदोलन के विचों मूँह तोड़वा जवाब देंगे। पंजाब च संगठन है जथेबंदियां दे वड्डे उत्थे उहदा विरोध करांगे। जिवें जोगी जी ने जो किया पिछले समय च जां खट्टर ने किया जां इदों गा हुण त्रिवेंद्रम जिहड़े रावत जी आ उत्तराखंड दे असीं उन्हां दी धरतियां भी जलाईआं ते विरोध भी किया। वापस लैने तो मीटिंग की तो लोड़ नहीं हैगी। फैसला तो सरकार ने लेना। असल जदों वापस ही नहीं लैने जां उन्हें टरकाउणा उहदे लई फिर मीटिंग तो खिच तू हुंदी है। तो उन्हें लगता भी सरकार की फिर तो कानून वापस कराउण लई तुहानूं याद होवे किते केंद्र के एक मंत्री ने कहा सी भी जे कानून वापसी करने तो फिर मीटिंग की लोड़ है। ये भी उन्हें ते वो भी जानते हैं। वर्चुअल ते सीधे रूप में मीटिंगां करतियां जाण कि स्टेट के मुखी के विरुद्ध जाके कोई मंत्री समूह किसानों दी मंगां मन सकदा संभव नहीं हैगा। जिस किस्म के अलंकार दिते जा रहे किसानों नूं तो असीं समझदे भी ये मीटिंग लई योग तुसीं समा नहीं बना रहे। तुहानूं मीटिंग लई कोई योग समा बनाउणा चाहिए, हालात पैदा करने चाहिए तो सार्थक माहौल विच गल होनी चाहिए। ਤੁਸੀਂ ਜੁੜ ਚੁੱਕੇ ਹੋ ਟੀਵੀ NRI ਦੇ ਨਾਲ ਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਵਰਨ ਸਿੰਘ ਪ੍ਰਦੇਸ਼ ਸਾਹਿਬ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਸਾਲ ਦਾ ਆਖਰੀ ਦਿਨ ਹੈ ਪੰਦੇਰ ਸਾਹਿਬ, ਸਾਲ ਦਾ ਕੱਲ ਆਖਰੀ ਦਿਨ ਹੈ ਔਰ ਕੱਲ ਜਿਹੜੀ ਮੀਟਿੰਗ ਹੋਈ ਹੈ ਸਰਕਾਰ ਦੇ ਨਾਲ 30 ਤਰੀਕ ਨੂੰ ਕੁਝ ਪੋਜ਼ਿਟਿਵ ਨਿਕਲ ਕੇ ਜ਼ਰੂਰ ਸਾਹਮਣੇ ਆਇਆ। ਹੁਣ 4 ਤਰੀਕ ਨੂੰ ਮੀਟਿੰਗ ਰੱਖੀ ਹੈ ਨਵੇਂ ਸਾਲ ਦੇ ਵਿੱਚ ਜਿਹੜੀ ਪਹਿਲੀ ਮੀਟਿੰਗ ਹੋਣੀ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਔਰ ਕੀ ਲੱਗਦਾ ਕਿ ਤੁਸੀਂ ਕੱਲ ਦੀ ਜਿਹੜੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਸੀ ਹੁਣ 4 ਦੇ ਵਿੱਚ ਸ਼ਾਮਲ ਹੋਵੋਗੇ? ਕੋਈ ਫੈਸਲਾ ਲੈ ਲਿਆ ਉੱਤੇ ਜਾਂ ਹਜੇ ਬਾਅਦ ਵਿੱਚ ਲਓਗੇ? ਆ ਦੇਖੋ ਜਿਹੜੇ ਮੀਟਿੰਗ ਚੋਂ ਨਿਕਲ ਕੇ ਆਇਆ ਵੀ ਸਰਕਾਰ ਨੇ ਮੀਟਿੰਗ ਵਿੱਚ ਕੁਝ ਗੱਲਾਂ ਤੇ ਹਾਮੀ ਭਰੀ ਆ। ਉਹਦਾ ਵੀ ਗੱਲਾਂ ਨੂੰ ਪ੍ਰਸਾਰ ਤੇ ਪ੍ਰਚਾਰ ਕਰਦਾ ਹੋਵੇ। ਕਰੋੜਾਂ ਅਰਬਾਂ ਦੇ ਐਡ ਦਿੱਤੇ ਜਾਂਦੇ ਹੋਣ, ਉਹਦੇ ਹੱਕ 'ਚ ਵੀਡੀਓ ਵਾਇਰਲ ਹੁੰਦੀਆਂ ਹੋਣ, वर्चुअल ते सीधे रूप में मीटिंगां करतियां जाण कि स्टेट के मुखी के विरुद्ध जाके कोई मंत्री समूह किसानों दी मंगां मन सकदा संभव नहीं हैगा। जिस किस्म के अलंकार दिते जा रहे किसानों नूं तो असीं समझदे रहे भी ये मीटिंग लई योग तुसीं समा नहीं बना रहे। तुहानूं मीटिंग लई कोई योग समा बनाउणा चाहिए, हालात पैदा करने चाहिए तो सार्थक माहौल विच गल होनी चाहिए। ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਜਿਹੜੇ ਧਰਨੇ ਤੇ ਬੈਠੇ ਆ ਉਹ ਕਿਸਾਨ ਹੀ ਆ, ਹੋਰ ਲੋਕ ਨਹੀਂ ਗੇ। ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ? ठीक है, लोगों ने आखिर हर हरबा वरतन तो बाद अपने आप को मना लिया। मैं कहना चंगी गल आ। ਭਾਰਤ ਸਰਕਾਰ ਦੇ ਆਫੀਸ਼ੀਅਲ ਪ੍ਰਵਕਤਾ ਜਾਂ ਬੁਲਾਰੇ ਨੂੰ ਗੱਲ ਕਹਿਣ ਦੇਣੀ ਚਾਹੀਦੀ ਹੈ ਵੀ ਅਸੀਂ ਹੁਣ ਪਿਛਲੀਆਂ ਗਲਤੀਆਂ ਨੂੰ ਸੁਧਾਰ ਕੇ ਇਸ ਪੋਜੀਸ਼ਨ ਹੈ ਵੀ ਅਸੀਂ ਕਿਸਾਨਾਂ ਨੂੰ ਕਿਸਾਨ ਮੰਨ ਰਹੇ। ਇਹ ਪ੍ਰਾਪਤੀ ਹੈ ਲਹਿਰ ਦੀ। ਤੁਹਾਨੂੰ ਲੱਗਦਾ ਕਿ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਕੁਝ ਝੁਕੀ ਆ ਸਰਕਾਰ ਇਸ ਤੋਂ ਬਾਅਦ ਹੁਣ ਪਹਿਲੀਆਂ ਮੀਟਿੰਗਾਂ ਨੂੰ ਜੋ ਪਿੱਛੇ ਛੱਡਦੀ ਹੈ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਹੁਣ ਕੁਝ ਜਿਹੜੀਆਂ ਅਗਲੀਆਂ ਮੀਟਿੰਗਾਂ ਹੋਣੀਆਂ ਆ ਉਹ 'ਚ ਫੈਸਲਾ ਸਾਡੀ ਉੱਦਾਂ ਉਹਨਾਂ ਨੂੰ ਹਮਾਇਤ ਆ ਪਰ ਅਸੀਂ ਉਹਦੇ ਵਿੱਚ ਹਿੱਸਾ ਨਹੀਂ ਲੈ ਰਹੇ। ਗਰਾਹਾਂ ਸਾਹਿਬ ਨਵੇਂ ਸਾਲ ਦੇ ਵਿੱਚ ਬਹੁਤ ਉਮੀਦਾਂ ਨੇ ਲੋਕਾਂ ਨੂੰ। ਜਿਹੜੀ ਹੁਣ ਆਪਾਂ ਸਿੰਘੂ ਬਾਰਡਰ ਦੇਖੀਏ, ਜਿੰਨੇ ਵੀ ਬਾਰਡਰਾਂ ਦੇ ਉੱਪਰ ਜਿਹੜੇ ਆਪਣੇ ਕਿਸਾਨ ਵੀਰ ਬੈਠੇ ਨੇ, ਜਿਹੜੀਆਂ ਵੀ ਜਥੇਬੰਦੀਆਂ ਦੇ ਹੋਣ ਤੇ ਉਹ ਨਫਰੀ ਬਹੁਤ ਵੱਧ ਰਹੀ ਹੈ, ਸਹਿਯੋਗ ਲਗਾਤਾਰ ਮਿਲੇ। ਦੂਜਾ ਹੁਣ ਤੁਸੀਂ ਜਿਹੜਾ ਇਕੱਠੇ ਪ੍ਰੈਸ ਵਾਰਤਾ ਕਰਦੇ ਹੋ ਜਾਂ ਇਕੱਠੇ ਹੋ ਗਰਾਹਾਂ ਸਾਹਿਬ ਦੇ ਨਾਲ, ਹੋਰ ਜਥੇਬੰਦੀਆਂ ਵੀ ਤੁਹਾਡੇ ਨਾਲ ਜੁੜ ਗਈਆਂ, ਮਹਾਰਾਸ਼ਟਰ ਦੀਆਂ ਜੁੜ ਗਈਆਂ, ਦਿੱਲੀ ਦੀਆਂ ਜੁੜ ਗਈਆਂ, ਹਰਿਆਣੇ ਦੀਆਂ। ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕਿੰਨਾ ਕੁ ਤੁਹਾਨੂੰ ਉਹਦਾ ਤਾਕਤ ਮਿਲਦੀ ਹੈ? ਹੋਰ देखो जड़ियाँ जथेबंदियाँ हाले सामने मंच ते नहीं सी आईयां प्रचार माध्यमां ते जां लोकां च वो सीधे रूप में साडे घोल च ही बैठियां सी। असीं उन्हां नूं इकट्ठे करके
ਇੱਕ ਸਾਂਝਾ ਤਾਲਮੇਲ ਮੰਚ ਬਣਾਇਆ ਵਾ ਤੇ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਆ। ਇਹ ਅੰਦੋਲਨ ਦਾ ਘੇਰਾ ਵਧਿਆ ਵਾ ਹੋਰ ਜਥੇਬੰਦੀਆਂ ਦਾ, ਤੇ ਇਹ ਅੰਦੋਲਨ ਵਾਸਤੇ ਚੰਗੀ ਗੱਲ ਆ। ਕਈ ਬਾਰਡਰਾਂ ਦੇ ਉੱਪਰ ਜਿੱਦਾਂ ਸ਼ਾਹਜਹਾਨਪੁਰ ਬਾਰਡਰ ਆ, ਹੋਰ ਕਈ ਬਾਰਡਰ ਆ, ਨਫੜੀ ਘੱਟ ਹੋਣ ਦੇ ਕਰਕੇ ਉੱਥੇ ਉਨੀ ਉਹ ਤਾਂ ਮੂੰਹ ਤੋੜ ਕੇ ਜਵਾਬ ਦੇਵਾਂਗੇ, ਐ ਨਹੀਂ ਕੋਈ ਰੌਲਾ। ਸਾਰਾ ਅੰਦੋਲਨ ਇਕਮੁੱਠ ਹੋ ਕੇ ਚੱਲ ਰਿਹਾ। ਜੇ ਸਰਕਾਰ ਕਿਤੇ ਭਰਮ 'ਚ ਉਹਨੇ ਕੋਈ ਗੱਲ ਕੀਤੀ ਤਾਂ ਉਹਦਾ ਇਸ ਮੰਚ ਤੋਂ ਇੱਥੇ ਅੰਦੋਲਨ ਦੇ ਵਿੱਚੋਂ ਮੂੰਹ ਤੋੜਵਾ ਜਵਾਬ ਦੇਵਾਂਗੇ। ਪੰਜਾਬ 'ਚ ਸੰਗਠਨ ਹੈ ਜਥੇਬੰਦੀਆਂ ਦੇ ਵੱਡੇ, ਉੱਥੇ ਉਹਦਾ ਵਿਰੋਧ ਕਰਾਂਗੇ। ਜਿਵੇਂ ਜੋਗੀ ਜੀ ਨੇ ਜੋ ਕੀਤਾ ਸੀ ਪਿਛਲੇ ਸਮੇਂ 'ਚ, ਜਾਂ ਖੱਟਰ ਨੇ ਕੀਤਾ, ਜਾਂ ਇਹ ਤੋਂ ਗਾ ਹੁਣ ਤ੍ਰਿਵੇਂਦਰਮ ਜਿਹੜੇ ਰਾਵਤ ਜੀ ਆ ਉੱਤਰਾਖੰਡ ਦੇ, ਅਸੀਂ ਉਹਨਾਂ ਦੀ ਧਰਤੀਆਂ ਵੀ ਜਲਾਈਆਂ ਤੇ ਵਿਰੋਧ ਵੀ ਕੀਤਾ। ਕਿਉਂਕਿ ਪਰਚੇ ਵੀ ਉੱਥੇ ਵੱਡੀ ਗਿਣਤੀ ਵਿੱਚ ਕੀਤੇ ਆ ਯੂਪੀ ਸਰਕਾਰ ਨੇ, ਉੱਤਰਾਖੰਡ ਸਰਕਾਰ ਨੇ, ਜਿਹੜੇ ਇੱਧਰ ਅੰਦੋਲਨ ਕਰਨ ਕਿਸਾਨ ਆਏ ਸੀ ਉਹਨਾਂ ਉੱਪਰ। ਇਹ ਦਬਾਅ ਬਣਾਉਣ ਲਈ ਆ, ਮਾੜੀ ਗੱਲ ਹੈ, ਨਿੰਦਾ ਕਰਦੇ ਆ। ਪਰਚੇ ਨਹੀਂ ਰਹਿਣ ਦਿੰਦੇ ਅਸੀਂ ਤਾਂ, ਤੁਹਾਡੇ ਮਾਧਿਅਮ ਵੀ ਜਿਹੜੇ ਲੋਕ ਸਾਨੂੰ ਸੁਣਦੇ, ਪਰਚੇ ਨਹੀਂ ਰਹਿਣ ਦਿੰਦੇ। ਤਕੜੇ ਹੋ ਕੇ ਅੱਗੇ ਆਉਣ। ਸਗੋਂ ਸਰਕਾਰ ਜਿੰਨਾ ਜ਼ਬਰ ਕਰ ਰਹੀ ਹੈ, ਲੋਕਾਂ 'ਚ ਰੋਹ ਹੋਰ ਵੱਧ ਰਿਹਾ। ਤੇ ਲੋਕ ਉਨੀ ਤਰ੍ਹਾਂ ਉੱਭਰ ਨਹੀਂ ਸਕੇ ਜਿੰਨੀ ਤਰ੍ਹਾਂ ਉੱਭਰਨੀ ਚਾਹੀਦੀ ਨਾ ਕਿਸਾਨ ਜਥੇਬੰਦੀਆਂ ਵਿੱਚ, ਨਾ ਸੰਯੁਕਤ ਮੋਰਚੇ ਵਿੱਚ, ਨਾ ਤੁਹਾਡੀਆਂ ਜਥੇਬੰਦੀਆਂ ਵਿੱਚ। ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਐ ਨਹੀਂ ਹੈ। ਜਿਹੜਾ ਫਸਲਾਂ ਦੀ ਖਰੀਦ ਵਾਲੀ ਗੱਲ ਆ, ਉਹਦੇ ਨਾਲ ਲਗਭਗ ਜੁੜੀ ਹੋਈ ਆ। ਪਰ ਜਿਹੜਾ ਮੁੱਦਾ ਉੱਭਰ ਜਾਂਦਾ ਵਾ, ਜਿਸ ਮੁੱਦੇ ਤੇ ਮੇਨ ਫੋਕਸ ਕਰ ਰਹੇ ਹੁੰਦੇ ਵੀ ਨਵਾਂ ਅਟੈਕ ਆ ਜਾਂਦਾ ਵਾ, ਉਹਦੇ ਤੇ ਫੋਕਸ ਕਰਦੀ ਆ। ਸੋ ਜਿਹੜੇ ਵਰਤਮਾਨ ਵਿੱਚ ਉੱਭਰਵੇਂ ਮੁੱਦੇ ਹੁੰਦੇ ਆ, ਪ੍ਰਚਾਰ ਮਾਧਿਅਮਾਂ 'ਚ ਜਾਂ ਪ੍ਰਚਾਰ ਦਾ ਕੇਂਦਰ ਉਹ ਬਣ ਜਾਂਦੇ ਨੇ। ਸਾਡੇ ਵਾਲੇ ਮੰਗ ਪੱਤਰ 'ਚ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਵੀ ਗੱਲ ਹੈ ਆ, ਪਰ ਕਿਉਂਕਿ ਕਰੰਟ ਇਸ਼ੂ ਆ, ਮੀਡੀਆ ਉੱਤੇ ਹੀ ਗੱਲ ਕਰਦਾ, ਲੋਕ ਉੱਤੇ ਸੀ ਗੱਲ ਹੈ ਵੀ ਇਕੱਲਾ ਕਣਕ ਝੋਨੇ ਦੀ ਸਰਕਾਰੀ ਖਰੀਦ ਹੋ ਰਹੀ ਆ, ਬਾਕੀ ਫਸਲਾਂ ਤੇ ਖਰੀਦ ਨਹੀਂ ਹੋ ਰਹੀ। ਜੇ MSP ਤੇ ਕੋਈ ਕਾਨੂੰਨ ਬਣਾ ਦਿੰਦੀ ਸਰਕਾਰ ਵੀ ਸਾਰੀ ਫਸਲ ਖਰੀਦੂਗੀ, ਸੈਕੰਡ ਆਪਸ਼ਨ ਹੋ ਜਾਣੀ ਵੀ ਲਾਹੇਮੰਦ ਭਾਅ ਲਈਏ। ਲਾਹੇਮੰਦ ਭਾਅ ਕਈਆਂ ਫਸਲਾਂ ਦੇ ਐਲਾਨਗੇ ਵੀ ਸਰਕਾਰ, ਜਿਵੇਂ ਕਈਆਂ ਫਸਲਾਂ ਦੇ ਮੱਕੀ ਦਾ ਕੁਝ ਹੋ ਰਿਹਾ, ਤੇਲ ਬੀਜਾਂ ਦਾ, ਪਰ ਮਾਰਕੀਟ 'ਚ ਅੱਧੇ ਰੇਟ 'ਚ ਵੀ ਨਹੀਂ ਵਿਕਦੀ ਹੈਗੀ। ਤੇ ਇਹਦਾ ਮਤਲਬ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰਾ ਲੈਂਦੇ ਆ, ਤੇ 100 ਕਿਲੋ ਤੋਂ 6 ਕਿਲੋ ਖਰੀਦ ਰਹੀ ਸਰਕਾਰ ਪੰਜਾਬ ਰਹਿਣਾ। ਸਾਰਿਆਂ ਨੂੰ ਸ਼ਾਇਦ ਫਾਇਦਾ ਨਾ ਹੋਵੇ, ਉਹ ਵੀ ਇੰਪੋਰਟੈਂਟ ਆ। ਪਰ ਸਵਾਲ ਹੈ ਵੀ ਸਭ ਤੋਂ ਪਹਿਲਾਂ ਸਰਕਾਰ ਕੋਲੇ ਸਰਕਾਰੀ ਖਰੀਦ ਕਰਨ ਦੀ ਗਰੰਟੀ ਵਾਲਾ ਬਿੱਲ ਲੈ ਕੇ ਆਉਣਾ। ਤਾਂ ਅਸੀਂ ਦੋਵਾਂ ਨੂੰ ਤਾਲਮੇਲਵੇਂ ਰੂਪ ਵਿੱਚ ਅਪਣਾ ਰਹੇ ਹਾਂ, ਕਿਉਂਕਿ ਲੋਕ ਜਿਹੜਾ ਮੁੱਦਾ ਉੱਪਰ ਜਾਂਦਾ ਉਹਨੂੰ ਸੁਣਨਾ ਚਾਹੁੰਦੇ ਨੇ ਹਰ। ਤੇ ਮੇਰੀ ਨਿੱਜੀ ਸੋਚ ਹੈ ਕਿ ਇਹ ਮੁੱਦਾ ਵੀ ਦੂਸਰੇ ਮੁੱਦਿਆਂ ਦੀ ਤਰ੍ਹਾਂ ਸਵਾਮੀਨਾਥਨ ਕਮਿਸ਼ਨ ਵਾਲਾ ਉਭਾਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਨੂੰ। ਬਿਲਕੁਲ ਜੀ, ਸਹੀ ਸਮਝਿਆ। ਆਭਾਰ ਵੀ ਰਹੇ ਆ। ਜੇ ਲੱਗਦਾ ਪਛੜਿਆ ਤੇ ਇਹਦੇ ਤੇ ਵੱਧ ਜ਼ੋਰ ਦਾਂਗੇ ਆਉਣ ਵਾਲੇ ਸਮੇਂ 'ਚ, ਤੇ ਪਿਛੜੇ ਨਾ। ਹੁਣ ਆਪਾਂ ਦਿੱਲੀ 'ਚ ਬੈਠੇ ਹਾਂ, ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਉਹਨਾਂ ਸਿਫਾਰਸ਼ਾਂ ਦੇ ਉੱਪਰ ਹੀ ਦਿੱਲੀ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਫਸਲਾਂ ਦਾ ਜਿਹੜਾ ਭਾਅ ਦੇ ਰਹੇ ਆ, ਮੁੱਲ ਦੇ ਰਹੇ ਆ। ਦੇਖੋ, ਦਿੱਲੀ ਵਿੱਚ ਬਹੁਤ ਛੋਟੀ ਕਿਸਾਨੀ ਹੈ, ਤੇ ਮੇਰੇ ਕੋਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਵੀ ਨਹੀਂ ਹੈਗੇ, ਪਰ ਚਲੋ ਦੂਜੀਆਂ ਸਟੇਟਾਂ ਦੇ ਮੁਕਾਬਲੇ ਵੱਧ ਭਾਅ ਦਿੰਦੇ ਨੇ। ਸੋ ਇਸ ਕਰਕੇ ਛੋਟਾ ਖੇਤਰ ਹੋਣ ਕਰਕੇ ਇਹ ਤਾਂ ਪਤਾ ਲੱਗੂ ਵੀ ਜਦੋਂ ਆਪਣੇ ਦੀ ਸਰਕਾਰ ਕਿਸੇ ਦੂਜੇ ਸਟੇਟ 'ਚ ਹੁੰਦੀ ਆ ਵੀ ਉਹ ਗੱਲ ਕਿਵੇਂ ਕਰਦੇ ਆ। ਸੋ ਮੈਨੂੰ ਲੱਗਦਾ ਵੀ ਚੱਲ ਦੇ ਠੀਕ ਰਹੇ ਨੇ, ਪਰ ਹਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਨਹੀਂ ਉਹ ਵੀ ਦੇ ਰਹੇ ਨਾ। ਕਾਨੂੰਨ ਵਾਪਸ ਲੈਣੇ ਤੇ ਮੀਟਿੰਗ ਦੀ ਤਾਂ ਲੋੜ ਨਹੀਂ ਹੈਗੀ, ਫੈਸਲਾ ਤਾਂ ਸਰਕਾਰ ਨਾਲ ਲੈਣਾ। ਅਸਲ ਜਦੋਂ ਵਾਪਸ ਹੀ ਨਹੀਂ ਲੈਣੇ ਜਾਂ ਉਹਨੂੰ ਟਰਕਾਉਣਾ, ਉਹਦੇ ਲਈ ਫਿਰ ਮੀਟਿੰਗ ਤੇ ਖਿੱਚ ਤੂੰ ਹੁੰਦੀ ਆ। ਤਾਂ ਉਹਨਾਂ ਨੂੰ ਲੱਗਦਾ ਵੀ ਸਰਕਾਰ ਦੀ ਫਿਰ ਤਾਂ ਕਾਨੂੰਨ ਵਾਪਸ ਕਰਾਉਣ ਲਈ ਤੁਹਾਨੂੰ ਯਾਦ ਹੋਵੇ ਕਿਤੇ ਕੇਂਦਰ ਦੇ ਇੱਕ ਮੰਤਰੀ ਨੇ ਕਿਹਾ ਸੀ ਵੀ ਜੇ ਕਾਨੂੰਨ ਵਾਪਸੀ ਕਰਨੇ ਤਾਂ ਫਿਰ ਮੀਟਿੰਗ ਦੀ ਕੀ ਲੋੜ ਹੈ। ਇਹ ਵੀ ਉਹਨਾਂ ਤੇ ਉਹ ਵੀ ਜਾਣਦੇ ਆ। ਨਹੀਂ, ਗੱਲ ਪੰਡੇਰ ਸਾਹਿਬ ਇੱਕ ਇਹ ਆ ਕਿ 5-5 ਘੰਟੇ ਮੀਟਿੰਗ ਦਾ ਚੱਲਣਾ, ਤੁਸੀਂ ਇੱਕ ਦਿਨ, ਮੈਂ ਕਹਿੰਦਾ ਪੂਰਾ ਦਿਨ ਹੀ ਲਾ ਲਓ, ਫੈਸਲਾ ਲੈ ਲਓ। ਵਾਰ-ਵਾਰ ਮੀਟਿੰਗਾਂ ਹੋਣੀਆਂ, ਉਹੀ ਗੱਲਾਂ ਵੀ ਸਾਡੇ ਨਾਲ ਆਓ, ਮੋਰਚਿਆਂ ਵਿੱਚ ਅਸੀਂ ਸਾਂਝੇ ਰੂਪ ਵਿੱਚ ਨਵੇਂ ਸਾਲ ਨੂੰ ਮਨਾਈਏ। ਕਈ ਜਥੇਬੰਦੀਆਂ ਦੇ ਵੀ ਬਿਆਨ ਆਏ ਨੇ, ਕਈ ਸਿਆਸਤਦਾਨਾਂ ਦੇ ਬਿਆਨ ਆਏ ਨੇ ਕਿ ਬਿਹਾਰ ਤੇ ਹਰਿਆਣਾ ਦੇ ਵਿੱਚ ਡਿਗੂ ਕਰਦੀ ਪਈ ਆ ਬੀਜੇਪੀ ਦੀ ਸਰਕਾਰ। ਨਹੀਂ, ਠੀਕ ਹੈ, ਦਬਾਅ ਤਾਂ ਬਹੁਤ ਆ। ਚਾਹੇ JJP ਆ, JJP ਤੇ ਬਹੁਤ ਦਬਾਅ ਆ। ਸਰਕਾਰ ਜੇ JJP ਬਾਹਰ ਨਾ ਆਈ, ਲੋਕਾਂ ਨੂੰ ਪਿੰਡਾਂ 'ਚ ਵੜਨਾ ਔਖਾ ਹੋ ਜਾਊਗਾ। ਤੁਸੀਂ ਵੇਖੋ, ਭਾਜਪਾ ਦਾ ਆਪਣਾ ਸਟੇਟ ਆ ਹਰਿਆਣਾ, UP ਆ, ਉੱਤਰਾਖੰਡ ਆ, ਪਰ ਜਿੱਡੀ ਵੱਡੀ ਲੋਕ ਲਹਿਰ ਬਣ ਰਹੀ ਆਪਣੇ ਆਪ 'ਚ ਕਮਾਲ ਦੀ ਗੱਲ। ਦਬਾਅ ਸਾਰੀਆਂ ਸਰਕਾਰਾਂ ਤੇ ਬਹੁਤ ਆ। BJP ਦੇ ਅੰਦਰ ਬਹੁਤ ਵੱਡਾ ਵਿਰੋਧ ਆ। ਹਾਂ, ਉਹ ਵਿਰੋਧ ਮੁਖਰ ਹੋ ਕੇ ਸਾਹਮਣੇ ਨਹੀਂ ਆ ਰਿਹਾ, ਪਰ ਇਹ ਅਗਲੇ ਸਮਿਆਂ ਵਿੱਚ ਇਹ ਵਿਸਫੋਟ ਤੁਹਾਡੇ ਸਾਹਮਣੇ ਆ ਸਕਦੇ। ਤੁਸੀਂ ਜਨਤਾ ਦਲ ਜਨਨਾਇਕ ਪਾਰਟੀ ਦੀ ਗੱਲ ਕੀਤੀ ਹਰਿਆਣੇ ਦੇ ਵਿੱਚ, ਕਿਉਂਕਿ ਉਹ ਹਰਿਆਣੇ ਦੇ ਵਿੱਚ ਹੀ ਚੋਣਾਂ ਲੜਦੇ ਆ। ਪਹਿਲੀ ਵਾਰ ਪਾਰਟੀ ਬਣੀ, ਵਿਧਾਇਕ ਉਹਨਾਂ ਦੇ ਬਣ ਗਏ, ਉਪ ਮੁੱਖ ਮੰਤਰੀ ਬਣ ਗਿਆ। ਤੁਹਾਨੂੰ ਲੱਗਦਾ ਕਿ ਉਹ ਵੀ ਇੱਕ ਇਸ ਤਰ੍ਹਾਂ ਦੇ ਰਾਹ ਤੇ ਉੱਪਰ ਖੜੇ ਆ, ਇੱਧਰ ਜਾਂਦੇ ਆ ਤਾਂ ਔਖੇ ਤੇ ਉੱਧਰ ਜਾਂਦੇ ਤਾਂ ਔਖੇ? ਤੁਹਾਨੂੰ ਲੱਗਦਾ ਕਿ ਉਹਦੇ ਸਿਆਸੀ ਵਜੂਦ ਨੂੰ ਵੀ ਖਤਰਾ ਆ? ਕਿਉਂ ਨਹੀਂ? ਉਹਨਾਂ ਦੇ ਬਾਬਾ ਦਾਦਿਆਂ ਨੇ ਹਰੀਆਂ ਪੱਗਾਂ ਬਣ ਕੇ ਸਾਰੀ ਉਮਰ ਤੱਕ ਕਿਸਾਨਾਂ ਦੇ ਵੋਟਾਂ ਲਈਆਂ, ਕਿਸਾਨਾਂ ਦੇ ਲਾਰੇ ਲਾ ਕੇ JJP ਜਿਹੜੀ ਆ ਸੱਤਾ 'ਚ ਆਈ।
ਮੈਨੂੰ ਨਹੀਂ ਸਮਝ ਆਉਂਦੀ ਵੀ ਕਿਹੜੀ ਨਸਲ ਆ ਉਹਨਾਂ ਦੀ। ਮੈਨੂੰ ਲੱਗਦਾ ਥੋੜਾ ਬਹੁਤਾ ਵੀ ਕੋਈ ਹੇਜ ਹਜੇ ਹੈ ਲੋਕਾਂ ਪ੍ਰਤੀ, ਤਾਂ ਉਹਨਾਂ ਨੂੰ ਅਸਤੀਫਾ ਦੇ ਕੇ ਭਾਜਪਾ ਦੇ ਗੜਚੋੜ ਚੋਂ ਬਾਹਰ ਆਉਣਾ ਚਾਹੀਦਾ। ਉਹਦੇ ਚੋਂ ਉਹ ਹਾਰਦੇ ਨਹੀਂ ਹੈ, ਜਿੱਤਣਗੇ ਲੋਕ ਤਾਂ। ਜੇਜੇਪੀ ਦੀਆਂ ਤਾਂ ਉਂਗਲਾਂ ਘਿਓ 'ਚ ਹੀ ਰਹਿਣੀਆਂ। ਜੇ ਇਧਰੋਂ ਤੋੜਦੇ ਤਾਂ ਕਾਂਗਰਸ ਹੱਥ ਜੋੜ ਆਪਣੇ ਜੱਫੀ ਪਾਉਣ ਨੂੰ ਤਿਆਰ ਆ। ਦੇਖੋ ਅਸੀਂ ਇਸ ਜੋੜ ਤੋੜ ਤਾਂ ਨਹੀਂ ਹੈਗੇ, ਪਰ ਅਸੀਂ ਕਹਿੰਦੇ ਘੱਟੋ ਘੱਟ ਭਾਜਪਾ ਦੀ ਸਾਂਝੀ ਸਰਕਾਰ ਨਾਲ ਜਿੰਨੇ ਇਹਨੇ ਖੇਤੀ ਦੇ ਕਾਨੂੰਨ ਲੈ ਕੇ ਆਂਦੇ ਨੇ ਉਹਨਾਂ ਦਾ ਸਪੋਰਟ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ। ਸਵਰਨ ਸਿੰਘ ਪਧੇੜ ਸਾਹਿਬ ਵੱਡੇ ਆਗੂ ਨੇ ਕਿਸਾਨ ਜਥੇਬੰਦੀਆਂ ਦੇ, ਉਹਨਾਂ ਨੇ ਬਹੁਤ ਆਪਣੀਆਂ ਵਿਚਾਰਾਂ ਰੱਖੀਆਂ ਨੇ। ਅੱਜ ਸਾਲ ਦਾ ਆਖਰੀ ਦਿਨ ਹੈ ਤਾਂ ਉਮੀਦਾਂ ਇਹਨਾਂ ਨੇ ਵੀ ਕੀਤੀਆਂ ਕਿ ਨਵਾਂ ਸਾਲ ਨਵੀਆਂ ਉਮੀਦਾਂ ਲੈ ਕੇ ਆਵੇਗਾ। ਕੈਮਰਾਮੈਨ ਜਸਵਿੰਦਰ ਸਿੰਘ ਮਾਲੜੀ ਦੇ ਨਾਲ ਇੰਦਰਜੀਤ ਸਿੰਘ ਚਾਲ, NRA ਮੀਡੀਆ, ਦਿੱਲੀ।